ਹੁਣ कहानी पढ़ने वास्ते जो दोस्त मैं बुलाने जा रहा है वो एक मुहावरा है ना कि यार तू तो ईद का चानी हो गया लेकिन ईद के चंद में साल दो बारी दिस पैंदे ने एक बारी दिसते हैं इस करके सानू कहानी दरबार शायद दो बारी करने पैण। मखदूम टीपू सुल्तान साहब को गुजारिश है कि आन एक कहानी दरबार आ जाते इन्हों की बड़ी मेहरबानी तशरीफ लियाओ। कहानी का सरनामा है पौंतरी। पौंतरी मेरा नाम करारदादे मकासद है। लोकी कहते ने मेरी माँ कोई नहीं प्यो बथेरे ने। जदों लोकी चीक चीक के कहते ने कि मेरा भी 712 ईस्वी पिया सी ते मैनू दंदल जे पै जाते ने। मैं तो 1949 बहरे अरब के कंढे जम्मी सा। ए मैनू 1200 वरे पहला कित्थे तरुखी फिरदे ने। पर लोकी लाल पीले होंदे ने रालां वगांदे ने। ਇਹੋ ਜਿਹੀਆਂ ਲਾਲ ਲਾਲ ਤੇ ਗੋਲ ਗੋਲ ਅੱਖਾਂ ਕੱਢਦੇ ਨੇ ਕਿ ਮੈਂ ਆਪ ਕਾਬਰ ਜਾਂਦੀ ਹਾਂ। ਮੈਨੂੰ ਤੇ ਉਦੋਂ ਦੇ ਬਾਅਦ ਦਾ ਹੀ ਪਤਾ ਹੈ ਨਾ ਜਦੋਂ ਦੀ ਮੇਰੀ ਅੱਖ ਨੇ ਵੇਖਣਾ ਸ਼ੁਰੂ ਕੀਤਾ। ਇਹ ਪਹਿਲਾਂ ਦੀ ਤੇ ਮੈਂ ਬਸ ਗੱਲਾਂ ਹੀ ਸੁਣੀਆਂ ਨੇ ਤੇ ਸਾਡਾ ਇਨਸਾਨਾਂ ਵਾਲਾ ਹਿਸਾਬ ਤੇ ਹੁੰਦਾ ਨਹੀਂ ਕਿ ਵੱਡੇ ਛੋਟਿਆਂ ਨੂੰ ਦੱਸਣ ਬਈ ਤੁਹਾਡੋਂ ਪਹਿਲਾਂ ਕੀ ਹੋਇਆ ਸੀ। ਮੈਨੂੰ ਤੇ ਲੋਕ ਹੀ ਦੱਸਦੇ ਨੇ ਬਈ ਮੇਰਾ ਸ਼ਿਜਰਾ ਕਿੱਥੋਂ ਤੀਕਰ ਜਾਂਦਾ ਹੈ। ਇਹ ਕਹਿੰਦੇ ਨੇ ਕਿ मैं 12 ਮਾਰਚ 1949 ਨੂੰ ਤੇ ਬਸ ਆਪਣੀ ਅਜੋਕੀ ਸ਼ਕਲ ਵਿੱਚ ਜੰਮੀ ਸਾਂ ਕਰਾਚੀ ਦੇ ਅਸੈਂਬਲੀ ਚੈਂਬਰ ਵਿੱਚ। ਮੇਰਾ ਵੀ ਦੇਬਲ ਦੇ ਸਾਇਲ ਤੇ ਉਸ ਵੇਲੇ ਹੀ ਪੈ ਗਿਆ ਸੀ ਜਦੋਂ 712 ਵਿੱਚ ਮੁਹੰਮਦ ਬਿਨ ਕਾਸਿਮ ਅਰਬੀ ਨੇ ਹਮਲਾ ਕਰਕੇ ਇੱਥੋਂ ਦੇ ਸਿੰਧੀ ਰਾਜੇ ਦਾਹਿਰ ਨੂੰ ਢਾਇਆ ਤੇ ਫਿਰ ਸਿੰਧੀ ਲੋਕੀ ਹਿੰਦੂਆਂ ਮੁਸਲੇ ਹੋਣ ਲੱਗ ਪਏ। ਉਹ ਕਹਿੰਦੇ ਨੇ ਬਈ ਕਬੀਲੇ ਖੂਨ ਨਾਲ ਬਣਦੇ ਨੇ ਤੇ ਕੌਮਾਂ ਖਿਆਲ ਨਾਲ। ਸੋ ਜਦੋਂ ਸਿੰਧੀਆਂ ਨੇ ਇਸਲਾਮ ਕਬੂਲ ਕਰ ਲਿਆ ਤੇ ਉਹਨਾਂ ਦਾ ਕਬੀਲਾ ਤੇ ਸਿੰਧੀ ਰਿਹਾ ਪਰ ਕੌਮ ਸਿੰਧੀਓ ਬਦਲ ਕੇ ਮੁਸਲਮਾਨ ਹੋ ਗਈ। ਫਿਰ ਸਿੰਧੀ ਲੁਕਾਈ ਖਿਆਲ ਦੀ ਤਾਕਤ ਨਾਲ ਵੰਡੀ ਗਈ ਵੱਡੀ ਗਈ। ਹੁਣ ਸਿੰਧ ਵਿੱਚ ਸਿੰਧੀ ਤੇ ਅਰਬੀ ਕੌਮਾਂ ਨਹੀਂ ਸਨ। ਬੁੱਧ ਜੈਨ ਹਿੰਦੂ ਤੇ ਮੁਸਲਮਾਨ ਕੌਮਾਂ ਵੀ ਨਹੀਂ ਸਨ। ਬਸ ਦੋ ਕੌਮਾਂ ਸਨ ਮੁਸਲਮਾਨ ਕੌਮ ਤੇ ਕਾਫਿਰ ਕੌਮ। ਮੇਰੇ ਤੇ ਜੰਮਣ ਤੇ ਵੀ ਵੱਡੀ ਕਿਚਤਰੂ ਕੋਈ ਸੀ ਮੁਸਲਿਆਂ ਤੇ ਕਾਫਰਾਂ ਵਿੱਚ। ਪਹਿਲਾਂ ਪਹਿਲ ਤੇ ਮੈਨੂੰ ਇੰਝ ਜਾਪਿਆ ਵੀ ਇਹ ਕਾਲੇ ਤੇ ਗੋਰੇ ਪੇ ਲੜਦੇ ਨੇ। ਕਾਲੇ ਕਾਤਿਲ ਮੈਨੂੰ ਜੰਮਦੇ ਹੀ ਨੂੰ ਜੂੰਦੀਆਂ ਨੂੰ ਦਫਨ ਕਰ ਦੇਣਾ ਚਾਹੁੰਦੇ ਸਨ ਤੇ ਗੋਰੇ ਮੇਰੀਆਂ ਇੰਨੀਆਂ ਤਾਰੀਫਾਂ ਕਰਦੇ ਕਿ ਮੈਂ ਲੱਜਾ ਨਾਲ ਲਾਲ ਬੂਟੀ ਹੁੰਦੀ ਜਾਂਦੀ। ਕੁਝ ਚਿਰ ਪਿੱਛੋਂ ਮੈਨੂੰ ਇੰਝ ਜਾਪਣ ਲੱਗਾ ਕਿ ਇਹ ਬੰਗਾਲੀਆਂ ਤੇ ਗੈਰ ਬੰਗਾਲੀਆਂ ਦੀ ਛਿੰਝੇ। ਫਿਰ ਪਤਾ ਲੱਗਾ कि यह लियाकत अली खान साहब बड़े गोरे ते सोहणे और भी बंगाल तो ही मैंबर सन ते उन्होंने ही तो मैनू गोदी चुक्या होया सी। चढ़ते पंजाब दे वलैतों पड़े नवाब पूर्वी बंगाल तो क्यों मैंबर सन यह गल मैनू कदी समझ नहीं आई। कई लोग तो कहते ने कि नवाब साहब लैंदे ते की कदी चढ़ते पंजाब तो भी इलैक्शन नहीं सी लड़िया और तो हमेश यूपी तो खलोंदे सन ਤੇ ਇਸ ਵਾਰੀ ਯਾਨੀ 1945 ਵੀ ਉੱਥੋਂ ਹੀ ਜਿੱਤੇ ਸਨ। ਉਹਨਾਂ ਦਾ ਹਲਕਾ ਪਾਕਿਸਤਾਨ ਵਿੱਚ ਨਾ ਆਇਆ ਇਸ ਲਈ ਉਹਨਾਂ ਬੰਗਾਲੀ ਮੈਂਬਰ ਦੀ ਸੀਟ ਖੋਹ ਲਈ। ਤੋਬਾ ਤੋਬਾ ਇਹੋ ਜਿਹੀਆਂ ਖੌਫਨਾਕ ਗੱਲਾਂ ਆਮ ਤੌਰ 'ਤੇ ਸੁਰਖੇ ਕਰਦੇ ਸਨ। ਮੈਂ ਤਾਂ ਕੰਨ ਵੀ ਨਹੀਂ ਬੰਦ ਕਰ ਸਕਦੀ ਇਸ ਲਈ ਮੈਨੂੰ ਤਾਂ ਸਭ ਕੁਝ ਹੀ ਸੁਣਨਾ ਪੈਂਦਾ ਹੈ। ਹੁਣ ਤਾਂ ਸੁਰਖਾ ਦਿਸਦਾ ਹੀ ਕੋਈ ਨਹੀਂ। ਕੋਈ ਮਾਰਕਸ ਜਾਂ ਮਾਓ ਦੀ ਗੱਲ ਵੀ ਕਰੇ ਤਾਂ ਸੰਗਤਰਾ ਜਿਹਾ ਹੀ ਦਿਸਦਾ ਹੈ। ਸੁਰਖੇ ਕਿਹੜੇ ਦੈਰੀਏ मर गए मरदूद न फातिया न दरूद। तो फिर वेख्या कुछ मुसले भी काफरां नाल रल के मैनू मारन का प्रबंध करन दे चक्करां विच सन। मैं तो जमदियां ही पौंतरी हाँ। असैंबली चैंबर 5 दिन इहो छिंज पई रही कि मैनू दफनाना है कि मेरा कीका करना है। ऐसे दौरान मैं सुनिया कई काफिर ते हासा मजाक करते सन कि पाकिस्तान जमते पिया है पर अजे मुसला नहीं होया ਇਸ ਲਈ ਨਵਾਬ ਸਾਹਿਬ ਮੈਨੂੰ ਨੌਮਲੂਦ ਪਾਕਿਸਤਾਨ ਕੰਨੀ ਅਜ਼ਾਨ ਦੇ ਤੌਰ 'ਤੇ ਵਰਤਣਾ ਚਾਹੁੰਦੇ ਨੇ। ਪਹਿਲੇ ਦਿਨ ਹੀ 7 ਮਾਰਚ 1949 ਨੂੰ ਜਦੋਂ ਨਵਾਬ ਸਾਹਿਬ ਨੇ ਅਸੈਂਬਲੀ ਚੈਂਬਰ ਵਿੱਚ ਮੈਨੂੰ ਕੁੱਛੜ ਚੁੱਕ ਕੇ ਸਭ ਦੇ ਸਾਹਮਣੇ ਕੀਤਾ ਤੇ ਉਸ ਵੇਲੇ ਤੇ ਮੈਂ ਬਸ ਇਹੀ ਵੇਖਿਆ ਵੀ ਕੁਰਸੀਆਂ ਵਾਹ ਖਾਲੀ ਪਈਆਂ ਸਨ। ਬੜੇ ਵਰਿਆਂ ਬਾਅਦ ਜਦੋਂ ਮੈਂ ਕਾਰਟੂਨ ਫਿਲਮ ਲਾਇਨ ਕਿੰਗ ਪਈ ਤੱਕਦੀ ਸਾਂ ਤੇ ਉਹ ਵਾਲਾ ਸੀਨ ਵੇਖ ਕੇ ਮੈਨੂੰ ਬਹੁਤ ਹਾਸਾ ਆਇਆ जिस विच सियाना बांदर रफीकी शेर दे बच्चे सिंबा नूं चुंझ वाली चट्टान ते लिया के गोदी चुकता है तो सारा बेला उन्होंने वेख लवे।
ਖਾਲੀ ਕੁਰਸੀਆਂ ਮੈਂ ਬਿਲਕੁਲ ਠੀਕ ਧਿਆਨੀਆਂ ਸਨ, ਕਿਉਂ ਜੇ ਮੇਰੇ ਤੋਂ ਸਭ ਤੋਂ ਪਹਿਲਾ ਇਤਰਾਜ਼ ਇਹੀ ਹੋਇਆ। ਇੱਕ ਬੰਗਾਲੀ ਮੈਂਬਰ ਸੀ, ਪ੍ਰੇਮ ਹਰੀ ਵਰਮਾ। ਉਹਨੇ ਸਭ ਤੋਂ ਪਹਿਲਾਂ ਉੱਠ ਕੇ ਕਿਹਾ ਕਿ ਜਨਾਬੇ ਸਦਰ, ਮੈਨੂੰ ਇਤਰਾਜ਼ ਹੈ। ਅਸੈਂਬਲੀ ਦਾ ਸਦਰ ਯਾਨੀ ਸਪੀਕਰ ਉਸ ਵੇਲੇ ਮੌਲਵੀ ਤਮੀਜ਼ੁਦੀਨ ਸੀ। ਉਹੀ ਤਮੀਜ਼ੁਦੀਨ ਜਿਹਨੂੰ ਪਹਿਲਾਂ ਅਫਸਰਸ਼ਾਹੀ ਨੇ ਤੇ ਫਿਰ ਅਦਾਲਤੀ ਉਜ਼ਮਾ ਨੇ ਚੁੱਕ ਕੇ ਅਸੈਂਬਲੀੋਂ ਬਾਹਰ ਸੁੱਟਿਆ ਸੀ। ਹੁਣ ਮੈਂ ਉਹਨਾਂ ਵੇਲਿਆਂ ਬਾਰੇ ਸੋਚਨੀ ਹਾਂ ਤੇ ਸੁਫਨਾ ਜਿਹਾ ਹੀ ਲੱਗਦਾ ਹੈ। ਜਿਸ ਤਰ੍ਹਾਂ ਉਸ ਦਿਨ ਦੀ ਅਸੈਂਬਲੀ ਸੀ, ਸਦਾਰਤ ਇੱਕ ਬੰਗਾਲੀ ਮੁਸਲਮਾਨ ਕਰ ਰਿਹਾ ਸੀ, ਜਿਹੜਾ ਮੁਸਲਿਮ ਲੀਗ ਤੋਂ ਪਹਿਲਾਂ ਕਾਂਗਰਸ ਤੇ ਅੰਜੁਮਨ ਇਸਲਾਮੀਆ ਦਾ ਰੁਕਨ ਹੁੰਦਾ ਸੀ। ਉਸੇ ਦਿਨ ਸਰ ਜ਼ਫਰੁੱਲਾ ਖਾਨ ਨੇ ਮੈਂਬਰਾਂ ਦੇ ਰਜਿਸਟਰ 'ਤੇ ਸਾਈਨ ਕੀਤੇ ਸਨ। ਇਹ ਉਹੀ ਖਾਨ ਸਾਹਿਬ ਸਨ ਜਿਹੜੇ ਲਹਿੰਦੇ ਪੰਜਾਬ ਤੋਂ ਮੁਸਲਿਮ ਲੀਗ ਦੀ ਟਿਕਟ ਤੋਂ ਇੰਤਖਾਬ ਜਿੱਤ ਕੇ ਇਸ ਅਸੈਂਬਲੀ ਅਪੜੇ ਸਨ, ਮੁਸਲਮਾਨਾਂ ਦੀ ਸੀਟ 'ਤੇ ਜਿੱਤੇ ਸਨ ਤੇ ਹੁਣ ਰਜਿਸਟਰ 'ਤੇ ਸਾਈਨ ਵੀ ਬਤੌਰ ਮੁਸਲਾ ਮੈਂਬਰ ਕੀਤੇ ਸਨ। ਜੇ ਅੱਜ ਅਸੈਂਬਲੀ ਦੇ ਰਜਿਸਟਰ 'ਤੇ ਸਾਈਨ ਕਰਦੇ ਤੇ ਬਤੌਰ ਮਜ਼ਹਬੀ ਅਕਲੀਅਤ ਕਰਦੇ, ਨਹੀਂ ਤੇ ਜੇਲੇ ਜਾਂਦੇ, ਕਿਉਂ ਜੋ ਅਹਿਮਦੀ ਸਨ। ਇਸ ਤੋਂ ਪਹਿਲਾਂ ਮੁਸਲਿਮ ਲੀਗ ਦੇ ਸਦਰ ਤੇ ਹਿੰਦੁਸਤਾਨ ਦੀ ਫੈਡਰਲ ਕੋਰਟ ਦੇ ਜੱਜ ਵੀ ਰਹਿ ਚੁੱਕੇ ਸਨ। ਲੋਕੀ ਕਹਿੰਦੇ ਹਨ ਕਿ ਕਰਾਰਦਾਦ ਪਾਕਿਸਤਾਨ ਵੀ ਉਹਨਾਂ ਹੀ ਲਿਖੀ ਸੀ। ਪੰਜਾਬ ਤੇ ਬੰਗਾਲ ਦੀ ਵੰਡ ਤੇ ਬਾਉਂਡਰੀ ਕਮਿਸ਼ਨ ਦੇ ਅੱਗੇ ਪਾਕਿਸਤਾਨ ਦਾ ਕੇਸ ਪੇਸ਼ ਕਰਨ ਵਾਸਤੇ ਵੀ ਜਿਨਾਹ ਸਾਹਿਬ ਤੇ ਨਵਾਬ ਸਾਹਿਬ ਨੇ ਇਹਨਾਂ ਦਾ ਇੰਤਖਾਬ ਕੀਤਾ ਸੀ। ਪਾਕਿਸਤਾਨ ਬਣਨ ਤੋਂ ਬਾਅਦ ਖਾਨ ਸਾਹਿਬ ਪਾਕਿਸਤਾਨ ਦੇ ਵਜ਼ੀਰ ਖਾਰਜਾ ਬਣੇ ਤੇ ਉਹ ਪਹਿਲੀ ਏਸ਼ੀਆਈ ਸਨ ਜਿਹੜੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਸਦਰ ਰਹੇ। ਕਾਇਦ ਆਜ਼ਮ ਦਾ ਜਨਾਜ਼ਾ ਨਹੀਂ ਸੀ ਪੜ੍ਹਿਆ, ਫਿਰ ਵੀ ਪਾਕਿਸਤਾਨ ਦੀ ਅਸੈਂਬਲੀ ਵਿੱਚ ਗਰਜਦੇ ਫਿਰਦੇ ਸਨ। ਉਸੇ ਦਿਨ ਨਵਾਬ ਸਾਹਿਬ ਆਇਨੇ ਪਾਕਿਸਤਾਨ ਨੂੰ ਇਸਲਾਮੀ ਬੁਨਿਆਦਾਂ 'ਤੇ ਬਣਾਉਣ ਲਈ ਮੈਨੂੰ ਪੇਸ਼ ਕਰਦੇ ਸਨ ਤੇ ਉੱਥੇ ਹੀ ਅਸੈਂਬਲੀ ਦੇ ਹਿੰਦੂ ਮੈਂਬਰ ਮੇਰੀ ਬੜੀ ਪੁਰਜ਼ੋਰ ਮੁਖਾਲਫਤ ਕਰਦੇ ਸਨ। ਅਜੀਬ ਦਿਹਾੜੇ ਸਨ ਉਹ ਵੀ। ਸ਼੍ਰੀ ਪ੍ਰੇਮ ਹਰੀ ਵਰਮਾ ਜਿਹੜੇ ਪਾਕਿਸਤਾਨ ਦੀ ਪਹਿਲੀ ਦਸਤੂਰ ਅਸੈਂਬਲੀ ਦੇ ਬੰਗਾਲੀ ਹਿੰਦੂ ਮੈਂਬਰ ਸਨ, ਉਹਨਾਂ ਨੇ ਮੇਰੇ 'ਤੇ ਸਭ ਤੋਂ ਪਹਿਲਾਂ ਇਤਰਾਜ਼ ਕੀਤਾ। ਇਤਰਾਜ਼ ਇਹ ਕੀਤਾ ਕਿ ਨਵਾਬ ਸਾਹਿਬ ਨੇ ਮੈਨੂੰ ਲੁਕੋ ਕੇ ਰੱਖਿਆ ਹੋਇਆ ਸੀ। ਕਹਿੰਦੇ ਪਏ ਸਨ ਕਿ ਇਹ ਤਾਂ ਬਜਟ ਸੈਸ਼ਨ ਸੀ ਤੇ ਬਜਟ ਦੀ ਬਹਿਸ ਖਤਮ ਕਰਕੇ ਬਹੁਤ ਸਾਰੇ ਮੈਂਬਰ ਪਿੱਛਾਂ ਬੰਗਾਲ ਟੁਰ ਗਏ ਸਨ, ਕਿਉਂ ਜੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਕੋਈ ਕਰਾਰਦਾਦ ਦੇ ਮਕਾਸਦ ਵੀ ਹੈ ਜਿਹੜੀ ਕਿ ਮਨਜ਼ੂਰੀ ਲਈ ਅਸੈਂਬਲੀ 'ਚ ਪੇਸ਼ ਹੋਣੀ ਹੈ। ਫਿਰ ਸਰਿਸ ਚੰਦਰਾ ਚੁਟੋ ਬਧਾਇਆ ਕਹਿਣ ਲੱਗੇ ਕਿ ਅਸਾਂ ਤਾਂ ਚੜ੍ਹਦੇ ਬੰਗਾਲ ਤੋਂ ਬਜਟ 'ਤੇ ਗੱਲ ਕਰਨ ਆਏ ਸਾਂ। ਏਜੰਡੇ 'ਚ ਤਾਂ ਇਹੋ ਜਿਹੀ ਕਿਸੇ ਕਰਾਰਦਾਦ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਸਾਨੂੰ ਤਾਂ ਇਹੀ ਪਤਾ ਸੀ ਕਿ ਕਾਇਦ ਆਜ਼ਮ ਨੇ ਕਿਹਾ ਸੀ ਕਿ ਮਜ਼ਹਬ ਤੇ ਸਿਆਸਤ ਪਾਕਿਸਤਾਨ ਦੀ ਰਿਆਸਤ ਵਿੱਚ ਇੱਕ ਦੂਜੇ ਦੀ ਰਾਹ ਨਹੀਂ ਕੱਟਣਗੇ, ਪਰ ਇਹ ਕਰਾਰਦਾਦ ਤੇ ਪਾਕਿਸਤਾਨੀ ਸਿਆਸਤ ਦੀ ਬੁਨਿਆਦੀ ਮਜ਼ਹਬ 'ਤੇ ਰੱਖ ਰਹੀ ਹੈ। ਇਹਨੂੰ ਅਸੈਂਬਲੀ ਦੇ ਅਗਲੇ ਸੈਸ਼ਨ 'ਤੇ ਰੱਖੋ ਤਾਂ ਅਸੀਂ ਵੀ ਪਿੱਛੇ ਜਾ ਕੇ ਲੋਕਾਂ ਨਾਲ ਸਲਾਹ ਮਸ਼ਵਰਾ ਕਰ ਲਈਏ ਤੇ ਬਾਕੀ ਸਾਰੇ ਮੈਂਬਰ ਵੀ ਆ ਕੇ ਆਪਣੀ ਰਾਏ ਦੇ ਸਕਣ। ਨਵਾਬ ਸਾਹਿਬ ਨਾ ਮੰਨੇ, ਕਹਿਣ ਲੱਗੇ ਵੀ ਮੈਂ ਤੇ 4 ਦਿਨ ਪਹਿਲਾਂ ਹੀ ਇਹ ਕਰਾਰਦਾਦ ਬਹਿਸ ਲਈ ਜਮ੍ਹਾਂ ਕਰਾ ਦਿੱਤੀ ਸੀ ਤਾਂ ਕਿ ਤੁਸੀਂ ਇਸ ਬਾਰੇ ਸੋਚ ਵਿਚਾਰ ਕਰ ਲਵੋ। ਜੇ ਤੁਹਾਨੂੰ ਹੋਰ ਵੇਲਾ ਚਾਹੀਦਾ ਹੈ ਤੇ ਅਸਾਂ ਕੱਲ੍ਹ ਤੀਕਰ ਦਾ ਟਾਈਮ ਦੇ ਸਕਨੇ ਹਾਂ। ਮੌਲਵੀ ਸਾਹਿਬ ਨੇ ਇਸ ਗੱਲ 'ਤੇ ਵੋਟਿੰਗ ਕਰਾ ਦਿੱਤੀ ਕਿ ਕਰਾਰਦਾਦ ਬਹਿਸ ਲਈ ਅਗਲੇ ਮਹੀਨੇ ਦੀ 20 ਤਾਰੀਖ ਨੂੰ ਰੱਖੀ ਜਾਵੇ ਜਾਂ ਕੱਲ੍ਹ। ਅਸੈਂਬਲੀ ਦੇ ਜ਼ਿਆਦਾ ਮੈਂਬਰਾਂ ਨੇ ਕਿਹਾ ਇਹਨੂੰ ਹੁਣੇ ਅੰਨੇ ਬੰਨੇ ਲਾਓ। ਸੋ ਮੌਲਵੀ ਸਾਹਿਬ ਨੇ ਬਾਕੀ ਬਹਿਸ ਅਗਲੇ ਦਿਨ ਯਾਨੀ 8 ਮਾਰਚ 1949 ਨੂੰ ਰੱਖ ਲਈ। 1992 ਵਿੱਚ ਲਾਹੌਰ ਦੀ ਅਦਾਲਤ ਆਲੀਆ ਦੇ 3 ਮੈਂਬਰ ਫੁੱਲ ਬੈਂਚ ਨੇ ਮੇਰੇ ਬਾਰੇ ਇੱਕ ਫੈਸਲਾ ਕੀਤਾ। ਇਹ ਫੈਸਲਾ ਸਕੀਨਾ ਬੀਬੀ ਬਨਾਮ ਵਫਾਕ ਪਾਕਿਸਤਾਨ ਦੇ ਨਾਂ ਤੋਂ ਛਪਿਆ। ਇਸ ਫੈਸਲੇ ਨੇ ਤੇ ਮੈਨੂੰ ਆਇਨ ਦਾ ਵੀ ਪਿਓ ਬਣਾ ਦਿੱਤਾ। ਅਦਾਲਤ ਕਿਹਾ 1985 ਤੋਂ ਮੈਂ ਸਿਰਫ ਇੱਕ ਕਰਾਰਦਾਦ ਨਹੀਂ ਬਲਕਿ ਆਇਨ ਦਾ ਹਿੱਸਾ ਬਣ ਚੁੱਕੀ ਹਾਂ। ਮੈਂ ਆਇਨ ਦਾ ਹਿੱਸਾ ਨਹੀਂ ਸੀ ਬਣੀ, ਸਗੋਂ ਆਇਨ ਮੇਰਾ ਹਿੱਸਾ ਬਣ ਚੁੱਕਿਆ ਸੀ ਤੇ ਹੁਣ ਆਇਨ ਪਾਕਿਸਤਾਨ ਨੇ ਮੇਰੇ ਮੁਤਾਬਿਕ ਚੱਲਣਾ ਸੀ। ਉਂਝ ਤੇ ਇਹ ਫੈਸਲਾ ਬਾਅਦ ਵਿੱਚ ਸੁਪਰੀਮ ਕੋਰਟ ਉਲਟਾ ਛੱਡਿਆ, ਪਰ ਉਸ ਦਿਨ ਮੈਨੂੰ ਜ਼ਿਆਉਲ ਹੱਕ ਬੜਾ ਚੇਤੇ ਆਇਆ। ਉਹੀ ਤੇ ਸੀ ਜਿਹਨੇ 1985 ਵਿੱਚ ਮੈਨੂੰ ਆਇਨ ਨੂੰ ਮੇਰਾ ਹਿੱਸਾ ਬਣਾਇਆ ਸੀ। ਜ਼ਿਆ ਨੂੰ ਜਦੋਂ ਲੋਕੀ ਕੁੱਟੀ ਆਵਾਜ਼ ਵਿੱਚ ਜ਼ਿਆਉਲ ਹੱਕ ਸੁਰਮੇ ਦਾ ਟਰੱਕ ਕਹਿੰਦੇ ਸਨ ਤੇ ਮੈਨੂੰ ਬੜਾ ਹਾਸਾ ਆਉਂਦਾ ਸੀ। ਪਰ ਇਹ ਗੱਲ ਮੈਨੂੰ ਕਦੀ ਸਮਝ ਨਹੀਂ ਆਈ ਕਿ ਉਹ ਜੋ ਪਾਕਿਸਤਾਨ ਦਾ ਜਰਨੈਲ ਸੀ ਤੇ ਇਸਲਾਮ ਦਾ ਸਿਪਾਹੀ ਕਿਉਂ ਸੀ। ਇੱਥੇ ਤੇ ਛੋਟੀ ਮਸਜਿਦਾਂ ਦੇ ਮੌਲਵੀ ਇਸਲਾਮ ਦੇ ਜਰਨੈਲ ਬਣੇ ਬੈਠੇ ਨੇ, ਉਹ ਤੇ ਬੜੀ ਵੱਡੀ ਸ਼ੈ ਸੀ।
ਸ਼੍ਰੀ ਭੁਪਿੰਦਰਾ ਕੁਮਾਰ ਦਿੱਤਾ ਚੜ੍ਹਦੇ ਬੰਗਾਲ ਤੋਂ ਮੈਂਬਰ ਸਨ। ਕਹਿਣ ਲੱਗੇ ਕਿ ਸਿਆਸਤ ਤੇ ਮਜ਼ਹਬ ਦੇ ਮਿਲਾਪ ਤੋਂ ਦੋ ਮਸਲੇ ਹੁੰਦੇ ਨੇ। ਪਹਿਲਾ ਤਾਂ ਇਹ ਕਿ ਮਜ਼ਹਬ ਸਿਆਸਤ ਵਿੱਚੋਂ ਅਕਲ ਕੱਢ ਦਿੰਦਾ ਹੈ, ਤੇ ਐਸੇ ਤੋਂ ਦੂਸਰਾ ਮਸਲਾ ਜੰਮਦਾ ਹੈ ਕਿ ਜਦੋਂ ਮਜ਼ਹਬ ਦੀ ਤਸ਼ਰੀਹ ਅਕਲ ਨਾਲ ਨਹੀਂ ਹੋਵੇਗੀ ਤੇ ਫਿਰ ਸਿਆਸਤ ਦੀ ਵੀ ਤਸ਼ਰੀਹ ਅਕਲ ਨਾਲ ਨਹੀਂ ਹੋ ਸਕੇਗੀ। ਤੇ ਇਸ ਤਰ੍ਹਾਂ ਲੋਕਾਇਤ ਦੇ ਨੁਮਾਇੰਦੇ ਸਿਆਸਤ ਦੀ ਤਸ਼ਰੀਹ ਨਹੀਂ ਕਰ ਸਕਣਗੇ, ਮਜ਼ਹਬ ਦੇ ਨਾਲ ਨਾਲ ਫਿਰ ਸਿਆਸਤ ਦੀ ਤਸ਼ਰੀਹ ਵੀ ਮੌਲਵੀ ਕਰਨਗੇ। ਇਹ ਤੇ ਸਾਰਾ ਸਿਆਸੀ ਨਿਜ਼ਾਮ ਹੀ ਮੌਲਵੀਆਂ ਦੇ ਹੱਥ ਦੇਣ ਵਾਲੀ ਗੱਲ ਹੋ ਗਈ। ਉਸ ਵੇਲੇ ਤੇ ਮੈਨੂੰ ਇਹ ਗੱਲਾਂ ਉਪਰੀਆਂ ਲੱਗੀਆਂ ਸਨ, ਪਰ ਹੁਣ ਹਾਸਾ ਮੈਨੂੰ ਅਹਿਮਦੀਆ ਦੀ ਹਾਲਤ ਵੇਖ ਵੇਖ ਕੇ ਆਉਂਦਾ ਹੈ। ਜਦੋਂ ਮੈਂ ਵੇਖਨੀ ਹਾਂ ਉਹ ਕਿੰਜ ਚੋਰਾਂ ਵਾਂਗਰ ਜਾਨ ਲੁਕਾਉਂਦੇ ਫਿਰਦੇ ਨੇ, ਤੇ ਮੈਨੂੰ ਚੇਤੇ ਆਉਂਦੀ ਹੈ ਸਰ ਜ਼ਫਰੁੱਲਾ ਖਾਨ ਦੀ ਮੇਰੇ ਹੱਕ ਵਿੱਚ ਬੜੀ ਜ਼ੋਰਦਾਰ ਤਕਰੀਰ, ਜਿਹਦੇ 'ਚੋਂ ਹਿੰਦੂ ਮੈਂਬਰਾਂ ਨੂੰ ਯਕੀਨ ਪਏ ਦਿਵਾਉਂਦੇ ਸਨ ਕਿ ਮੈਨੂੰ ਆਇਨ 'ਚ ਪਾਉਣ ਨਾਲ ਨਾ ਤੇ ਮੌਲਵੀ ਸਿਆਸਤ 'ਤੇ ਗਾਲਿਬ ਆਏਗਾ ਤੇ ਨਾ ਹੀ ਗੈਰ ਮੁਸਲਮਾਨ ਨੂੰ ਕੋਈ ਤਕਲੀਫ ਹੋਵੇਗੀ। 5 ਦਿਨ ਮੇਰੇ ਉੱਤੇ ਬਹਿਸ ਮੁਬਾਹਿਸਾ ਹੁੰਦਾ ਰਿਹਾ, ਬੜੀਆਂ ਗੱਲਾਂ ਵੱਡੀਆਂ ਦਲੀਲਾਂ ਦਿੱਤੀਆਂ ਗਈਆਂ ਤੇ ਅਖੀਰ ਅਸੈਂਬਲੀ ਨੇ ਮੈਨੂੰ ਪਾਸ ਕਰ ਦਿੱਤਾ। ਮੇਰਾ ਸਭ ਤੋਂ ਭੈੜਾ ਹਾਲ 1972 ਵਿੱਚ ਹੋਇਆ। ਕਿੰਨਾ ਹੀ ਚਿਰ ਲੋਕੀ ਮੇਰੇ ਬਾਰੇ ਕੁੱਟੀ ਕੁੱਟੀ ਗੱਲ ਕਰਦੇ ਰਹੇ, ਪੱਲੇ ਨਾ ਪਿਆ ਮੇਰਾ ਸੋਸ਼ਲ ਸਟੇਟਸ ਇੱਕਦਮ ਘਟ ਕਿਉਂ ਗਿਆ ਹੈ। ਫਿਰ ਸਮਝ ਆਈ ਕਿ ਪਾਕਿਸਤਾਨ ਟੁੱਟਣ ਮਾਰੇ ਮੌਲਵੀ ਪੌਂਤਰੇ ਪਏ ਸਨ, ਹਿੰਦੁਸਤਾਨੀ ਉਹਨਾਂ ਦਾ ਹਾਸਾ ਉਡਾਉਂਦੇ ਸਨ। ਇਸ ਕਰਕੇ ਕੁਝ ਅਰਸਾ ਤੇ ਮੌਲਵੀ ਮੇਰਾ ਨਾਂ ਹੀ ਭੁੱਲ ਗਏ। ਫਿਰ ਉਹਨਾਂ ਨੇ ਪਹਿਲਾਂ ਤੋਂ ਵੀ ਵੱਧ ਮੇਰਾ ਵਿਰੋਧ ਛੋਇਆ। ਮੈਨੂੰ ਇੰਝ ਜਾਪਣ ਲੱਗ ਪਿਆ ਕਿ ਮੌਲਵੀ ਸੰਗੀ ਪਾੜ ਪਾੜ ਕੇ ਮੇਰੇ ਨਾਂ ਦੇ ਨਾਰੇ ਮਾਰਦੇ ਨੇ ਤਾਂ ਅਮਰ ਸੋਨਾ ਬੰਗਲਾ ਦਾ ਗੀਤ ਕਿਸੇ ਨੂੰ ਕੰਨੀ ਨਾ ਪੈ ਸਕੇ। ਤੇ ਇਹੀ ਹੋਇਆ। 5 ਵਰ੍ਹੇ ਬਾਅਦ ਹੀ ਲੋਕੀ ਇਹ ਸਵਾਲ ਚੁੱਕਣ ਦੇ ਬਜਾਏ ਕਿ ਬੰਗਲਾਦੇਸ਼ ਬਣਨ ਤੋਂ ਬਾਅਦ ਦੋ ਕੌਮੀ ਨਜ਼ਰੀਏ ਦਾ ਕੀ ਹੋਇਆ, ਇਸਲਾਮੀ ਨਿਜ਼ਾਮ ਦੇ ਕਿਆਮ ਲਈ ਇਸਲਾਮ ਦਾ ਸਿਪਾਹੀ ਲਿਆਏ ਜਿਨਨੇ ਮੁੰਤਖਬ ਵਜ਼ੀਰ ਆਜ਼ਮ ਨੂੰ ਫਾਹੇ ਲਾਇਆ ਤੇ ਲੁਕਾਈ ਦੇ ਚੂਤੜਾਂ ਤੇ ਹਦੂਦ ਦੇ ਨਾਂ ਤੇ ਕੋੜੇ ਮਰਵਾਏ। ਮੇਰਾ ਖਿਆਲ ਸੀ ਕਿ ਆਪਣੇ ਚੂਤੜ ਲਾਲ ਕਰਾ ਕੇ ਲੋਕਾਂ ਨੂੰ ਸਬਕ ਮਿਲ ਗਿਆ ਹੋਏਗਾ, ਪਰ 9/11 ਦੇ ਬਾਅਦ ਜਦੋਂ ਖੁਦਕੁਸ਼ ਬੰਬਾਰਾਂ ਨੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੋਮਨਾਂ ਨੇ ਇਹ ਪੁੱਛਣ ਦੇ ਬਜਾਏ ਕਿ ਇਹ ਕਿਹੜਾ ਜਿਹਾਦ ਹੈ ਜਿਹੜਾ ਮਾਸੂਮ ਮੁਸਲਿਆਂ, ਸਵਾਨੀਆਂ ਤੇ ਬਾਲਾਂ ਨੂੰ ਮਾਰ ਕੇ ਹੁੰਦਾ ਹੈ, ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਸਭ ਕੁਝ ਮੇਰੀ ਨਾਕਦਰੀ ਵਜੋਂ ਪਿਆ ਹੁੰਦਾ ਹੈ। ਇਹ ਸੁਣਿਆ ਤੇ ਮੈਂ ਇੱਕ ਵਾਰੀ ਫੇਰ ਭੌਂਤਰ ਗਈ। ਬਸ ਇਸ ਵਾਰੀ ਮੈਨੂੰ ਸਮਝ ਨਾ ਆਇਆ ਕਿ ਮੈਂ ਹੱਸਾਂ ਜਾਂ ਰੋਵਾਂ। ਸ਼ੁਕਰੀਆ। बहुत मेहरबानी। टीपू साहब सलामत रहो।